बिस्मिल्लाहिर्रहमानिर्रहीम मिर्ज़ा परदेसी दे चैनल उत्ते खुशामदीद। उम्मीद करना तमाम दोस्त जिहड़े ने ओह् ठीक होवन ते खुश होन ते शादबाद होन ते अल्लाह पाक तुहानू सारिआं नूं इंज ही खुश रखे आमीन। वीडियो शुरू करन तो पहलां मैं तुहाडे अगे एक रिक्वेस्ट करना चाਹੁੰਦਾ ਉਹ ਹੈ ਵੇ कि अगर ਤੁਹਾਨੂੰ असले ਦਾ शौक है ਜਾਂ ਆਪਣੇ डिफेंस वास्ते ਤੁਸੀਂ असला रखना चाहते हो ਉਹਦੇ ਵਾਸਤੇ ਲਾਜ਼ਮੀ है कि ਤੁਹਾਡੇ ਕੋਲ असले ਦਾ ਲਾਇਸੈਂਸ ਹੋਣਾ ਚਾਹੀਦਾ। दूजी चीज़ है वे कि अगर तुसी फिजिकली ते मैंटली स्ट्रांग नहीं हुआ है, फॉर एग्जांपल तुहानू बीपी हाई ब्लड प्रेशर का मसला है, एनजाइटी और डिप्रैशन का मसला है और तुहानू अपने गुस्से ते कंट्रोल नहीं है तो बिल्कुल तुहानू अपने कोल असला नहीं रखना चाहिए। अच्छा, अज की वीडियो जी AK-47 उत्ते डिटेल नाल गल करां दे AK-47 दे फाउंडिंग फादर जिहड़े ने मिकाइल क्लैशनकोव। अच्छा, सानू ਜਿਹੜਾ ਇਹਨਾਂ ਸਾਰਿਆਂ ਨਾਲੋਂ ਪਹਿਲਾਂ ਇਹਦੇ ਇਸ ਟੌਪਿਕ ਉੱਤੇ ਅੱਗੇ ਗੱਲ ਕਰਨ ਤੋਂ ਪਹਿਲਾਂ ਅਸੀਂ ਜਿਹੜਾ ਕੋਪ ਲਫ਼ਜ਼ ਆਉਂਦੇ ਕੋਪ ਜਿਹੜਾ ਇਹ ਗਲਤ ਲਫ਼ਜ਼ ਹੈ। ਜਿਹੜਾ ਮਿਕਾਇਲ ਜਿਨ੍ਹਾਂ ਦਾ ਨਾਮ ਹੈ ਮਿਕਾਇਲ ਕਲੈਸ਼ਨਕੋਫ, ਰਸ਼ੀਆ ਦੇ ਵਿੱਚ ਉਹਨੂੰ ਕੋਫ ਕਿਹਾ ਜਾਂਦਾ ਹੈ। ਇੰਗਲਿਸ਼ ਦੇ ਵਿੱਚ ਜਿਸ ਟਾਈਮ ਅਸੀਂ ਇਹਨੂੰ ਪੜ੍ਹਾਉਂਦੇ ਤੇ ਐਂਡ ਤੇ ਵੀ ਆਉਂਦਾ ਤੇ ਕਲੈਸ਼ਨਕੋਵ ਲਫ਼ਜ਼ ਜਿਹੜਾ ਨਾ ਪੜ੍ਹਨ ਹੁੰਦਾ। ਤੇ ਇਹਨਾਂ ਦੇ ਬਾਰੇ ਵੀ ਅੱਜ ਗੱਲ ਕਰਾਂਗੇ ਅੱਗੋਂ ਇਸ ਗਨ ਦੇ ਬਾਰੇ ਇਹ ਕਿਉਂ ਇੰਨੀ ਫੇਮਸ ਹੋਈ ਹੈ। ਇਸ ਤੋਂ ਇਲਾਵਾ ਇਹਦੀ ਸਪੈਸੀਫਿਕੇਸ਼ਨ ਦੇ ਉੱਤੇ ਵੀ ਗੱਲ ਕਰਾਂਗੇ ਤੇ ਦੱਸਾਂਗੇ ਕਿ ਗਨ ਅੱਛੀ ਹੈ ਜਾਂ ਮਾੜੀ ਹੈ ਔਰ ਡਿਫੈਂਸ ਦੇ ਲਿਹਾਜ਼ ਨਾਲ ਇਹਨੂੰ ਰੱਖਣਾ ਚਾਹੀਦਾ ਜਾਂ ਨਹੀਂ ਰੱਖਣਾ ਚਾਹੀਦਾ। ਸਾਰਿਆਂ ਨਾਲ ਪਹਿਲਾਂ ਅਗਰ ਗੱਲ ਕੀਤੀ ਜਾਏ ਨਾ, ਮੈਂ ਥੋੜੀ ਜੀ ਤੁਹਾਨੂੰ ਹਿਸਟਰੀ ਦੱਸਣਾ ਚਾਹੁੰਦਾ ਮਿਕਾਇਲ ਸਾਹਿਬ ਦੀ। ਮਿਕਾਇਲ ਜਿਹੜੇ ਨੇ ਉਹ 1919 ਦੇ ਵਿੱਚ ਸੋਵੀਅਤ ਯੂਨੀਅਨ ਦੇ ਵਿੱਚ ਪੈਦਾ ਹੁੰਦੇ ਨੇ ਤੇ ਸਿਰਫ 19 ਸਾਲ ਦੀ ਉਮਰ ਵਿੱਚ 1938 ਦੇ ਵਿੱਚ ਸੋਵੀਅਤ ਯੂਨੀਅਨ ਜਿਹੜੀ ਕਿ ਇੱਕ ਡਿਕਟੇਟਰਸ਼ਿਪ ਸੀ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਆਰਮੀ ਦੇ ਵਿੱਚ ਭਰਤੀ ਕਰ ਲਿਆ ਜਾਂਦਾ ਹੈ। ਅੱਛਾ, ਉਹ ਸਿਰਫ 19 ਜਿਹੜਾ ਨਾ ਸਾਲ ਦੇ ਸੀ ਉਸ ਟਾਈਮ ਜਿਸ ਟਾਈਮ ਆਰਮੀ ਦੇ ਵਿੱਚ ਭਰਤੀ ਹੋਏ ਨੇ ਤੇ ਅਗਲੇ ਹੀ ਸਾਲ 1939 ਦੇ ਵਿੱਚ ਵਰਲਡ ਵਾਰ ਜਿਹੜੀ 2 ਹੈ ਉਹ ਸ਼ੁਰੂ ਹੋ ਜਾਂਦੀ ਹੈ ਤੇ ਉਹਨਾਂ ਨੂੰ ਜਿਹੜਾ ਜਿਸ ਟਾਈਮ ਉਹ ਜਰਮਨੀ ਜਿਹੜਾ ਉਹ ਪੂਰੇ ਯੂਰਪ ਉੱਤੇ, ਕਿਉਂਕਿ ਜਰਮਨੀ ਉਸ ਟਾਈਮ ਬਹੁਤ ਜ਼ਿਆਦਾ ਤਾਕਤਵਰ ਸੀ ਹਿਟਲਰ ਦੀ ਡਿਕਟੇਟਰਸ਼ਿਪ ਦੇ ਅੰਦਰ, ਉਹ ਯੂਰਪ ਦੇ ਜਿਹੜੇ ਮੁਖਤਲਿਫ ਮੁਲਕ ਨੇ ਜਿਵੇਂ ਫਰਾਂਸ ਹੋ ਗਿਆ, ਪੋਲੈਂਡ ਹੋ ਗਏ, ਉਹਨਾਂ ਤੇ ਹਮਲੇ ਸ਼ੁਰੂ ਕਰ ਦਿੰਦਾ ਤੇ ਉਹਨਾਂ ਨੂੰ ਫਤਹ ਕਰ ਲੈਂਦਾ। ਤੇ ਜਿਹੜਾ ਨਾ 1941 ਦੇ ਵਿੱਚ ਹਿਟਲਰ ਜਿਹੜਾ ਉਹ ਰਸ਼ੀਆ ਉੱਤੇ ਸੋਵੀਅਤ ਯੂਨੀਅਨ ਜਿਹੜੀ ਉਹਦੇ ਤੇ ਵੀ ਹਮਲਾ ਕਰ ਦਿੰਦਾ ਕਿਉਂਕਿ ਉਸ ਟਾਈਮ ਜਰਮਨੀ ਇੱਕ ਬਹੁਤ ਤਾਕਤਵਰ ਮੁਲਕ ਹੁੰਦਾ ਸੀ। ਇਹ ਨਾਲ ਇਟਲੀ ਤੇ ਨਾਲ ਜਾਪਾਨ, ਇਹ ਤਿੰਨਾਂ ਦਾ ਜਿਹੜਾ ਉਹ ਗਰੁੱਪ ਬਣਿਆ ਸੀ ਵਰਲਡ ਵਾਰ 2 ਦੇ ਵਿੱਚ। ਅੱਛਾ, ਐਸੇ ਦੌਰਾਨ ਜਿਸ ਟਾਈਮ ਜਰਮਨੀ ਹਿਟਲਰ ਜਿਹੜਾ ਉਹ ਸੋਵੀਅਤ ਯੂਨੀਅਨ ਤੇ ਹਮਲਾ ਕਰਦਾ ਨਾ ਤੇ ਇਹ ਜਿਹੜੇ ਜਬਰੀ ਮਿਕਾਇਲ ਜਿਹੜੇ ਨੇ ਇਹ ਭਰਤੀ ਹੋਏ ਸੀ ਆਰਮੀ ਦੇ ਵਿੱਚ, ਇਹ ਕਿਸੇ ਪੈਟਰੋਲਿੰਗ ਉੱਤੇ ਗਏ ਹੁੰਦੇ ਨੇ, ਕਿਸੇ ਮਿਸ਼ਨ ਉੱਤੇ ਗਏ ਹੁੰਦੇ ਨੇ ਆਪਣੇ ਸੀਨੀਅਰ ਦੇ ਨਾਲ ਤੇ ਇੱਕ ਘਰ ਆਉਂਦਾ ਹੈ ਜਾਂ ਇੱਕ ਜਗ੍ਹਾ ਆਉਂਦੀ ਹੈ ਜਿਹਨੂੰ ਕਲੀਅਰ ਕਰਨਾ ਹੁੰਦਾ ਹੈ ਤੇ ਜਿਹੜਾ ਸੀਨੀਅਰ ਹੁੰਦੇ ਨੇ ਨਾ ਮਿਕਾਇਲ ਦੇ, ਉਹ ਬੜੀ ਜ਼ਿਆਦਤੀ ਇਹਨਾਂ ਨਾਲ ਕਰਦੇ ਨੇ। ਉਹ ਇਹਨਾਂ ਨੂੰ ਨਾ TT-30 ਲਪਾ ਦਿੰਦੇ ਨੇ, 3 ਬੋਰ ਪਿਸਟਲ ਜਿਹੜਾ ਰਸ਼ੀਆ ਦਾ, ਤੇ ਆਪੂ ਜਿਹੜਾ ਉਹ ਆਪਣੀ ਗਨ ਜਿਹੜੀ ਹੁੰਦੀ ਨਾ ਕੋਲ ਰੱਖ ਲੈਂਦੇ ਨੇ। ਜਿਸ ਟਾਈਮ ਇਹ ਕਲੀਅਰ ਕਰਨ ਜਾਂਦੇ ਨੇ ਅੱਗੋਂ ਜਰਮਨ ਫੌਜੀ ਜਿਹੜੇ ਨੇ ਉਹ ਇਹਨਾਂ ਤੇ ਹਮਲਾ ਕਰ ਦਿੰਦੇ ਨੇ। ਅੱਛਾ, ਜਿਸ ਟਾਈਮ ਇਹ ਇੱਕ ਦੂਜੇ ਤੇ ਫਾਇਰਿੰਗ ਸ਼ੇਅਰਿੰਗ ਕਰਦੇ ਨੇ ਨਾ, ਇਹ ਦੋਏ ਜਿਹੜੇ ਫੌਜੀ ਹੁੰਦੇ ਨੇ ਮਿਕਾਇਲ ਤੇ ਅੱਗੋਂ ਇਹਨਾਂ ਦਾ ਸੀਨੀਅਰ ਜਿਹੜਾ ਹੁੰਦਾ ਇਹ ਇਹਨਾਂ ਦੀ ਜਿਹੜੀ ਗਨ ਹੈ ਨਾ, ਸੀਨੀਅਰ ਜਿਹੜਾ ਆਫੀਸਰ ਹੁੰਦਾ ਇਹਨਾਂ ਤੋਂ, ਉਹ ਜੈਮ ਹੋ ਜਾਂਦੀ ਹੈ ਤੇ ਇਹ ਦੋਏ ਬੜੀ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਤੇ ਜਿਹੜਾ ਮਿਕਾਇਲ ਨੇ ਉਹ ਬੜੀ ਬਹਾਦਰੀ ਨਾਲ ਆਪਣੇ ਪਿਸਟਲ ਨਾਲ ਜਿਹੜਾ ਨਾ ਉਹ ਦੋਵੇਂ ਫੌਜੀਆਂ ਨੂੰ, ਜਰਮਨ ਫੌਜੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਸ਼ੂਟ ਕਰ ਦਿੰਦੇ ਨੇ। ਅੱਛਾ, ਇੱਥੋਂ ਜਿਹੜਾ ਇਹ ਇੱਕ ਵਾਕਿਆ ਹੁੰਦਾ ਨਾ ਇਹਨਾਂ ਨਾਲ ਮਿਕਾਇਲ ਨਾਲ, ਇਹਨਾਂ ਦੇ ਡਰ ਬਹਿ ਜਾਂਦਾ ਜ਼ਿਹਨ ਤੇ ਇੱਕ ਬੜਾ ਗਹਿਰਾ ਜਿਹੜਾ ਨਾ ਅਸਲ ਜਿਹੜਾ ਛੱਡ ਜਾਂਦਾ ਔਰ ਇਹ ਕਹਿੰਦੇ ਨੇ ਕਿ ਇਹ ਗਨ ਜੈਮ ਕਿਉਂ ਹੋਈ ਹੈ, ਇਹ ਗਨ ਨੂੰ ਬਿਹਤਰ ਹੋਣਾ ਚਾਹੀਦਾ ਤੇ ਆਪਣੇ ਜ਼ਿਹਨ ਦੇ ਵਿੱਚ ਇੱਕ ਨੀਅਤ ਕਰ ਲੈਂਦੇ ਨੇ ਕਿ ਮੈਂ ਇੱਕ ਇੰਝ ਦੀ ਗਨ ਬਣਾਉਣੀ ਹੈ ਜਿਹੜੀ ਜੈਮ ਨਾ ਹੋਵੇ, ਜਿਹੜੀ ਰਿਲਾਇਬਲ ਹੋਵੇ, ਮਜ਼ਬੂਤ ਹੋਵੇ। ਅੱਛਾ, ਇਹ ਜਿਸ ਟਾਈਮ ਜ਼ਖਮੀ ਹੁੰਦੇ ਨੇ ਨਾ, ਇਹਨਾਂ ਨੂੰ ਵਾਪਸ ਸ਼ਾਮੀ ਲੈ ਆਉਂਦੇ ਨੇ ਤੇ ਇਹਨਾਂ ਨੂੰ ਇੱਕ ਆਫੀਸਰ ਮਿਲਣ ਆਉਂਦਾ ਹੈ ਜਿਹੜਾ ਅਕਸਰ ਤੁਹਾਨੂੰ ਪਤਾ ਹੈ ਇੱਕ ਉਹਨਾਂ ਨੂੰ ਨਾ ਦਾਦ ਸ਼ਾਦ ਦੇਣ ਵਾਸਤੇ ਵੱਡੇ ਅਫੀਸਰ ਆਉਂਦੇ ਨੇ ਕਿ ਤੁਸੀਂ ਬੜੇ ਬਹਾਦਰ ਹੋ, ਤੁਸੀਂ ਬੜੀ ਬਹਾਦਰੀ ਨਾਲ ਲੜ ਰਹੇ ਹੋ ਤੇ ਉਹਨਾਂ ਦਾ ਹਾਲ ਹਵਾਲ ਜਿਹੜਾ ਪੁੱਛਣ ਆਉਂਦੇ ਨੇ। ਉਹ ਅਫੀਸਰ ਜਿਸ ਟਾਈਮ ਆਉਂਦਾ ਨਾ, ਮਿਕਾਇਲ ਜਿਹੜੇ ਨੇ ਉਹਨਾਂ ਨੂੰ ਸ਼ਿਕਾਇਤ ਲਾਉਂਦੇ ਨੇ ਕਿ ਇਹ ਜਿਹੜੀ ਬੰਦੂਕ ਹੈ ਨਾ ਸਾਡੀ, ਜਿਹੜੀ ਜਿਹਦੇ ਨਾਲ ਅਸੀਂ ਲੜਨੇ ਆ, ਇਹ ਤੇ ਜਾਮ ਹੋ ਜਾਂਦੀ ਹੈ ਤੇ ਅਸੀਂ ਤੇ ਮਰਦੇ ਬੱਚੇ ਆ। ਅੱਛਾ, ਜਿਹੜਾ ਸੀਨੀਅਰ ਹੁੰਦਾ ਨਾ ਬੰਦਾ, ਉਹਨੂੰ ਬੜਾ ਬੁਰਾ ਲੱਗਦਾ ਇਹਨਾਂ ਦੀ ਗੱਲ ਦਾ ਤੇ ਮਿਕਾਇਲ ਜਿਹੜੇ ਉਹਨੂੰ ਕਹਿੰਦੇ ਨੇ ਕਿ ਮੈਂ ਤੇ ਇੱਕ ਨਵੀਂ ਵਧੀਆ ਬੰਦੂਕ ਬਣਾਉਣਾ ਚਾਹੁੰਦਾ ਤੇ ਮੈਂ ਜ਼ੇਨ ਬਣਾ ਲਿਆ, ਤੁਹਾਨੂੰ ਮੈਂ ਬਣਾਵਾਂਗਾ। ਅੱਛਾ, ਮੈਂ ਇੱਥੇ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ, ਉਹ ਗੱਲ ਹੈ ਵੇ ਕਿ ਮਿਕਾਇਲ ਜਿਹੜੇ ਹੁੰਦੇ ਨੇ ਨਾ
ਉਹ ਨਾ ਕੋਈ ਇੰਜੀਨੀਅਰ ਹੁੰਦੇ ਨੇ, ਨਾ ਕੋਈ ਉਹ ਮਕੈਨਿਕ ਹੁੰਦੇ ਨੇ, ਨਾ ਕੋਈ ਉਹ ਸਾਇੰਸਦਾਨ ਹੁੰਦੇ ਨੇ। ਉਹ ਇੱਕ ਬਲਕਿ ਨਾਰਮਲ ਜਿਹੇ ਫੌਜੀ ਹੁੰਦੇ ਨੇ, ਔਰ ਉਹ ਵੀ ਉਹਨਾਂ ਨੂੰ ਜਬਰੀ ਤੌਰ ਤੇ ਭਰਤੀ ਕੀਤਾ ਜਾਂਦਾ ਆਰਮੀ ਦੇ ਵਿੱਚ। ਅੱਛਾ, ਉਹ ਟੁਰ ਜਾਂਦਾ ਹੈ, ਸੀਨੀਅਰ ਅਫੀਸਰ ਜਿਹੜਾ ਹੁੰਦਾ ਉਹ ਟੁਰ ਜਾਂਦਾ ਹੈ। ਅੱਗੋਂ ਮਿਕਾਇਲ ਜਿਹੜਾ ਹੈ ਉਹ ਆਪਣੇ ਸਕੈਚ ਵਗੈਰਾ ਬਣਾਉਂਦੇ ਰਹਿੰਦੇ ਨੇ ਕਾਗਜ਼ ਉੱਤੇ, ਡਰਾਇੰਗ ਵਗੈਰਾ ਬਣਾਉਂਦੇ ਰਹਿੰਦੇ ਨੇ। ਉਹ ਸੋਚਦੇ ਰਹਿੰਦੇ ਨੇ ਕਿ ਮੈਂ ਇੱਕ ਐਸੀ ਗਨ ਬਣਾਉਣੀ ਹੈ ਜਿਹੜੀ ਬੜੀ ਪਾਇਦਾਰ ਹੋਵੇ ਦੀ, ਔਰ ਜਿਹੜੀ ਜੈਮ ਨਹੀਂ ਹੋਵੇ। ਉੱਥੋਂ ਥੋੜੀ ਜਿਹੀ ਜਿਸ ਟਾਈਮ ਸਿਹਤਮੰਦ ਹੁੰਦੇ ਨੇ, ਫੈਕਟਰੀ ਲਗੇ ਜਾਂਦੇ ਨੇ ਜਿੱਥੇ ਸੋਵੀਅਤ ਯੂਨੀਅਨ ਦਾ ਅਸਲਾ ਬੰਦਾ ਆ। ਫੈਕਟਰੀ ਵਾਲਿਆਂ ਨੂੰ ਕਹਿੰਦੇ ਨੇ ਕਿ ਜੀ ਮੈਂ ਜੀ ਫੌਜੀ ਹਾਂ ਤੇ ਸਾਡੇ ਨਾਲ ਇਹ ਸਾਰੀ ਵਾਰਦਾਤ ਹੋਈ ਹੈ ਤੇ ਅਸੀਂ ਤੇ ਮਰਦੇ ਮਰਦੇ ਬੱਚੇ ਹਾਂ, ਤੇ ਮੈਂ ਇੱਕ ਬੰਦੂਕ ਤੇ ਕੰਮ ਕਰ ਰਿਹਾ ਜਿਹੜੀ ਬੜੀ ਵਧੀਆ ਬੰਦੂਕ ਹੋਵੇ, ਜਿਹੜੀ ਜੈਮ ਨਾ ਹੋਵੇ। ਤੁਸੀਂ ਜਿਹੜੀਆਂ ਇੱਥੇ ਬਣਾਉਂਦੇ ਹੋ ਪਏ ਉਹ ਤੇ ਜੈਮ ਹੋ ਜਾਂਦੀ ਹੈ। ਅੱਛਾ, ਉਹਨਾਂ ਨੂੰ ਵੀ ਬੜਾ ਦੁੱਖ ਲੱਗਦਾ, ਉਹ ਵੀ ਇਹਨੂੰ ਨਸਾਥ ਦਿੰਦੇ ਨੇ ਵੀ ਤੂੰ ਕੋਈ ਨਾ ਇੰਜੀਨੀਅਰ ਹੈ ਨਾ ਮਕੈਨਿਕ, ਤੂੰ ਹੀ ਕਾਮਯਾਬ ਫੌਜੀ ਹੈ, ਜਾ ਜਾ ਕੇ ਆਪਣੀ ਯੂਨਿਟੀ 'ਚ ਕੰਮ ਕਰ, ਜਾ ਕੇ ਤੇਰਾ ਕੀ ਕੰਮ ਇੱਥੇ, ਇੱਥੇ ਇੰਜੀਨੀਅਰ ਤੇ ਮਕੈਨਿਕਾਂ ਦਾ ਕੰਮ ਹੈ। ਅੱਛਾ, ਉੱਥੋਂ ਬੜਾ ਇਹਨਾਂ ਨੂੰ ਦੁੱਖ ਲੱਗਦਾ ਹੈ ਤੇ ਇਹ ਜਿਹੜੇ ਨਾਲ ਲੱਗੇ ਜਾਂਦੇ ਨੇ, ਇੱਕ ਇਹਨਾਂ ਨੂੰ ਜਗ੍ਹਾ ਦਾ ਪਤਾ ਲੱਗਦਾ ਹੈ ਕਿ ਉੱਥੇ ਇੱਕ ਨਾ ਸੀਨੀਅਰ ਅਫਸਰ ਆਏ ਹੈ। ਅੱਛਾ, ਮਿਕਾਇਲ ਜਿਹੜੇ ਨੇ ਨਾ ਉੱਥੇ ਉਹ ਸੀਨੀਅਰ ਅਫਸਰ ਦੇ ਕੋਲ ਲੱਗੇ ਜਾਂਦੇ ਨੇ ਤੇ ਉਹਨੂੰ ਆਖਦੇ ਨੇ ਜੀ ਮੈਂ ਇੰਝ ਇੰਝ ਐਸੀ ਇੱਕ ਬੰਦੂਕ ਉੱਤੇ ਕੰਮ ਕਰ ਰਿਹਾ। ਉਸ ਦੌਰਾਨ ਇਹਨਾਂ ਕੋਲ ਸਕੈਚ ਵਗੈਰਾ ਬਣਾਏ ਹੁੰਦੇ ਨੇ, ਮਕੈਨੀਕਲ ਜਿਹੜੇ ਪਾਰਟਸ ਹੁੰਦੇ ਨੇ ਉਹਨਾਂ ਦੀ ਵੀ ਡਰਾਇੰਗ ਵਗੈਰਾ ਬਣਾਈ ਹੁੰਦੀ ਹੈ। ਤੇ ਉਹ ਨਾ ਆਫਿਸਰ ਨੂੰ ਆਪਣੇ ਡਰਾਇੰਗ ਵਗੈਰਾ ਵਿਖਾਉਂਦੇ ਨੇ ਤੇ ਕਹਿੰਦੇ ਨੇ ਵੇਖੋ ਜੀ ਮੈਂ ਤੇ ਕਾਮ ਫੌਜੀ ਹਾਂ, ਲੇਕਿਨ ਮੈਂ ਇਸ ਪ੍ਰੋਜੈਕਟ ਉੱਤੇ ਕੰਮ ਕਰ ਰਿਹਾ। ਤੇ ਉਹਦੀ ਵੀ ਸਾਰੀ ਗੱਲ ਦੱਸਦੇ ਨੇ, ਅਸੀਂ ਤੇ ਮਰਦਿਆਂ ਮਰਦਿਆਂ ਬਚੇ ਹਾਂ ਤੇ ਮੈਂ ਇੱਕ ਨਵੀਂ ਬੰਦੂਕ ਬਣਾਉਣਾ ਚਾਹੁੰਦਾ ਜਿਹੜੀ ਜੈਮ ਨਾ ਆਵੇ। ਅੱਛਾ, ਉਹਨੂੰ ਨਾ ਗੱਲ ਉਹਦੀ ਅੱਛੀ ਲੱਗਦੀ ਹੈ ਅਫੀਸਰ ਨੂੰ, ਮਿਕਾਇਲ ਦੀ। ਔਰ ਮਿਕਾਇਲ ਨੂੰ ਕਹਿੰਦੇ ਨੇ ਕਿ ਨਾਲ ਉਹ ਵੀ ਦੱਸਦਾ ਕਿ ਮੈਂ ਫੈਕਟਰੀ ਵੀ ਗਿਆ ਸੀ ਤੇ ਉਹਨਾਂ ਮੈਨੂੰ ਇਸ ਪ੍ਰੋਜੈਕਟ ਉੱਤੇ ਕੰਮ ਨਹੀਂ ਕਰਨ ਦਿੱਤਾ। ਉਹਨੂੰ ਬੜੀ ਗੱਲ ਚੰਗੀ ਲੱਗਦੀ, ਉਹ ਨਾ ਇੱਕ ਨਾ ਸਿਫਾਰਸ਼ੀ ਚਿੱਠੀ ਜਿਹੜੀ ਹੁੰਦੀ ਹੈ ਉਹ ਲਿਖ ਦਿੰਦਾ ਮਿਕਾਇਲ ਨੂੰ ਤੇ ਕਹਿੰਦਾ ਜਾ ਤੂੰ ਫੈਕਟਰੀ ਵਾਲਿਆਂ ਨੂੰ ਦੇ ਤੇ ਤੂੰ ਜਾ ਕੇ ਉਹ ਤੈਨੂੰ ਰੱਖ ਲੈਣ ਦੇ। ਮਿਕਾਇਲ ਜਿਹੜੇ ਨੇ ਉਹ ਜਾਂਦੇ ਨੇ ਫੈਕਟਰੀ ਦੇ ਵਿੱਚ ਤੇ ਉੱਥੇ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਕਿ ਜੀ ਇਹ ਸਿਫਾਰਿਸ਼ ਆ ਗਈ ਹੈ ਤੇ ਮੈਨੂੰ ਰੱਖੋ, ਮੈਨੂੰ ਕੰਮ ਕਰਨ ਦਿਓ ਆਪਣੀ ਪ੍ਰੋਜੈਕਟ ਉੱਤੇ। ਉਹ ਜਿਸ ਟਾਈਮ ਲੈਟਰ ਸ਼ੈਟਰ ਵੇਖਦੇ ਨੇ ਤੇ ਉਹ ਮਿਕਾਇਲ ਨੂੰ ਨਾ ਇੱਕ ਟੇਬਲ ਦੇ ਦਿੰਦੇ ਨੇ, ਕਹਿੰਦੇ ਨੇ ਤੂੰ ਇਸ ਟੇਬਲ ਉੱਤੇ ਆਪਣਾ ਜੋ ਕੋਈ ਬਣਾਉਣਾ ਹੈ ਬਣਾ ਲੈ, ਤੇ ਫੈਕਟਰੀ ਦੀ ਜਿਹੜੀ ਮਸ਼ੀਨਾਂ ਜਿਹੜੀਆਂ ਵੱਡੀਆਂ ਵੱਡੀਆਂ ਲੱਗੀਆਂ ਹੁੰਦੀਆਂ ਨੇ ਉਹ ਤੂੰ ਇਸਤੇਮਾਲ ਕਰ ਲੈ। ਅੱਛਾ, ਮਿਕਾਇਲ ਜਿਹੜੇ ਨੇ ਨਾ ਇੱਕ ਪ੍ਰੋਟੋਟਾਈਪ ਉਸ ਟਾਈਮ ਉਹ ਬੜੇ ਖੁਸ਼ ਹੁੰਦੇ ਨੇ, ਇੱਕ ਤਿਆਰ ਕਰ ਲੈਂਦੇ ਨੇ ਆਪਣੀ ਡਰਾਇੰਗ ਦੇ ਮੁਤਾਬਿਕ। ਅੱਛਾ, ਅੱਛਾ, ਐਸੇ ਦੌਰਾਨ ਜਿਹੜੇ ਨੇ ਨਾ 1939 ਤੋਂ ਲੈ ਕੇ 1945 ਦੇ ਵਿੱਚ ਜਿਹੜੀ ਵਰਲਡ ਵਾਰ 2 ਹੁੰਦੀ ਹੈ, ਉਹਦੇ ਵਿੱਚ ਜਿਹੜੀ ਜਰਮਨੀ ਹੁੰਦਾ ਹੈ, ਜਿਹੜਾ ਮੇਨ ਸੁਪਰ ਪਾਵਰ ਉਸ ਟਾਈਮ ਬਣਿਆ ਹੁੰਦਾ ਹੈ, ਉਹਨੂੰ ਬੜੀ ਡਾਢੀ ਸ਼ਿਕਸਤ ਹੁੰਦੀ ਹੈ। ਤੇ ਜਿਹੜਾ ਈਸਟ ਜਰਮਨੀ ਹੁੰਦਾ ਨਾ ਉਹਦੇ ਤੇ ਰਸ਼ੀਆ ਕਬਜ਼ਾ ਕਰ ਲੈਂਦਾ ਹੈ, ਤੇ ਜਿਹੜਾ ਵੈਸਟ ਜਰਮਨੀ ਹੁੰਦਾ ਨਾ ਉਹਦੇ ਤੇ ਅਮਰੀਕਾ ਕਬਜ਼ਾ ਕਰ ਲੈਂਦਾ ਹੈ। ਅੱਛਾ, ਜਿਸ ਟਾਈਮ ਇਹ ਦੋਵੇਂ ਵੱਡੇ ਬਦਮਾਸ਼ ਜਾਂ ਜਿਹੜੀਆਂ ਵੱਡੀਆਂ ਫੌਜਾਂ ਨੇ ਉਹ ਉੱਤੇ ਕਬਜ਼ਾ ਕਰ ਲੈਂਦੀਆਂ ਨੇ ਜਰਮਨੀਆਂ ਉੱਤੇ, ਉੱਥੇ ਜਿਹੜਾ ਨਾ ਜਿਹੜਾ ਉੱਥੇ ਟੈਕਨੋਲੋਜੀ ਹੁੰਦੀ ਉਹਨਾਂ ਦੀ ਜਰਮਨਾਂ ਦੀ, ਉਹ ਜਿਹੜਾ ਉੱਥੋਂ ਮਤਲਬ ਚੁੱਕ ਲੈਂਦੇ ਨੇ ਕਿ ਇਹ ਇੰਨੇ ਪਾਵਰਫੁਲ ਕਿੰਜ ਹੈ ਜਿਨ੍ਹਾਂ ਪੂਰੇ ਯੂਰਪ ਨੂੰ ਅੱਗੇ ਲਾ ਲਿਆ ਸੀ ਤੇ ਸੋਵੀਅਤ ਯੂਨੀਅਨ ਜੈਸੇ ਵੱਡੇ ਮੁਲਕ ਤੇ ਹਮਲਾ ਕਰਤਾ। ਉਤੋਂ ਜਿਹੜੀ ਜਿਸ ਟਾਈਮ ਇਹਨਾਂ ਨੂੰ ਨਾ STG 44 ਰਾਈਫਲ ਲੱਭਦੀ ਹੈ ਨਾ, ਅੱਛਾ ਇਹਦੇ ਵਿੱਚ ਉਹਨਾਂ ਨੂੰ ਬੜੀ ਮਤਲਬ ਹੈ ਕਿ ਇੱਕ ਸਰਪ੍ਰਾਈਜ਼ ਲੱਭਦਾ ਹੈ ਕਿ STG 44 ਜਿਹੜੀ ਜਰਮਨਾਂ ਦੀ ਰਾਈਫਲ ਹੁੰਦੀ ਹੈ ਨਾ ਉਹ ਹੁੰਦੀ ਹੈ ਆਟੋਮੈਟਿਕ ਰਾਈਫਲ। ਠੀਕ ਹੈ, ਤੇ ਜਿਹੜੀ ਇਹ AK-47 ਤੋਂ ਪਹਿਲਾਂ ਜਿਹੜੀ ਰਾਈਫਲ ਸੋਵੀਅਤ ਯੂਨੀਅਨ ਇਸਤੇਮਾਲ ਕਰ ਰਿਹਾ ਹੁੰਦਾ ਨਾ ਆਪਣੇ ਫੌਜੀਆਂ ਵਾਸਤੇ, ਉਹ ਹੀ SKS ਰਾਈਫਲ, ਉਹ ਹੀ ਸੈਮੀ ਆਟੋਮੈਟਿਕ ਰਾਈਫਲ। ਸੈਮੀ ਆਟੋਮੈਟਿਕ ਹੁੰਦਾ ਹੈ ਕਿ ਇੱਕ ਰਾਉਂਡ ਇੱਕ ਟਾਈਮ ਤੇ ਚੜ੍ਹਦਾ ਹੈ ਤੇ ਬਾਰ-ਬਾਰ ਤੁਹਾਨੂੰ ਟ੍ਰਿਗਰ ਦਬਾਉਣਾ ਪੈਂਦਾ ਹੈ। ਤੇ ਜਿਹੜੀ STG 44 ਹੀ ਨਾ ਉਹ ਹੀ ਫੁੱਲ ਰਾਈਫਲ, ਫੁੱਲ ਆਟੋਮੈਟਿਕ। ਤੇ ਉਹ ਨਾ ਉੱਥੋਂ ਸਾਰੀ ਟੈਕਨੋਲੋਜੀ ਵਗੈਰਾ ਜਿਹੜੀ ਹੈ ਉਹ ਇਹਨਾਂ ਦੇ ਹੱਥੇ ਲੱਗ ਜਾਂਦੀ ਹੈ ਵੱਡਿਆਂ ਮੁਲਕਾਂ ਦੇ, ਤੇ ਉੱਥੋਂ ਜਿਹੜੀ ਹੈ ਬੰਦੂਕ ਹੈ ਨਾ ਉਹ ਮਿਕਾਇਲ ਕਲੈਸ਼ਨਕੋਵ ਜਿਹੜੇ ਉਹਨਾਂ ਦੇ ਵੀ ਹੱਥ ਲੱਗਦੀ ਹੈ। ਤੇ ਉਹ ਜਿਹੜਾ ਨਾ ਉੱਥੋਂ ਬੜੀ ਹੈਲਪ ਲੈਂਦੇ ਨੇ ਕਿ ਇਹ ਜਿਹੜੀ STG 44 ਰਾਈਫਲ ਹੈ ਨਾ, ਜਿਹਨੂੰ ਮੈਂ ਕਹਿੰਦਾ ਕਿ ਇਹ G3 ਤੋਂ ਪਹਿਲਾਂ ਉਹਦੀ ਵੱਡੀ ਭੈਣ ਹੁੰਦੀ ਸੀ G3 ਦੀ STG 44। ਉਹਦਾ ਜਿਹੜਾ ਸਾਰਾ ਆਪਰੇਟਿੰਗ ਸਿਸਟਮ ਹੈ ਜਿਹਨੂੰ ਲੌਂਗ ਸਟ੍ਰੋਕ ਪਿਸਟਨ ਆਪਰੇਟਿੰਗ ਸਿਸਟਮ ਕਿਹਾ ਜਾਂਦਾ ਹੈ, ਗੈਸ ਆਪਰੇਟਿਡ STG 44 ਦੇ ਵਿੱਚ ਲੱਗਿਆ ਹੁੰਦਾ, ਉਹ ਹੀ ਆਪਰੇਟਿੰਗ ਸਿਸਟਮ AK-47 ਦੇ ਵਿੱਚ ਲਾ ਲੈਂਦੇ ਨੇ। ਅੱਛਾ, ਜਿਹੜਾ ਅਰਲੀ ਪ੍ਰੋਟੋਟਾਈਪ ਜਿਹੜਾ ਹੁੰਦਾ ਨਾ ਤਿਆਰ ਕਰਦੇ ਨੇ ਮਿਕਾਇਲ, ਉਹ ਤਿਆਰ ਕਰਕੇ ਨਾ ਲੈ ਕੇ ਜਾਂਦੇ ਨੇ ਇੱਕ ਜਗ੍ਹਾ ਤੇ ਛਾਵਨੀ ਤੇ ਇੱਕ ਹੈੱਡਕੁਆਟਰ ਦੇ ਵਿੱਚ, ਤੇ ਕਹਿੰਦੇ ਨੇ ਜੀ ਮੈਂ ਤੇ ਫਲਾਣਾ ਜਿਹੜਾ ਆਫੀਸਰ ਹੈ ਨਾ ਉਹਨੂੰ ਮਿਲਣਾ ਚਾਹੁੰਦਾ, ਉਹਨੂੰ ਮੈਂ ਇੱਕ ਬੰਦੂਕ ਬਣਾਈ ਉਹਨੂੰ ਵਿਖਾਉਣਾ ਚਾਹੁੰਦਾ। ਅੱਛਾ, ਉਹ ਇਹਨੂੰ ਮਤਲਬ ਉਹੀ ਮਤਲਬ ਕਹਿੰਦੇ ਨੇ ਕਿ ਜਾ ਨਾ ਚਾ ਤੂੰ ਹੀ ਕਾਮ ਫੌਜੀ ਹੈ, ਤੂੰ ਕਿ ਮਤਲਬ ਕਿਹੜੇ ਕੰਮਾਂ 'ਚ ਪਏ ਆ ਤੂੰ, ਇਹ ਕੰਮ ਜਿਹੜਾ ਇੰਜੀਨੀਅਰ ਤੇ ਮਕੈਨਿਕ ਤੇ ਸਾਇੰਸਦਾਨਾਂ ਦਾ ਕੰਮ ਹੈ ਤੇ ਤੂੰ ਕਿਹੜੇ ਕੰਮਾਂ 'ਚ ਪਏ ਆ, ਨਾ ਜਾ ਇੱਥੋਂ। ਅੱਛਾ, ਉਹਨੂੰ ਨਾ ਬੜਾ ਦੁੱਖ ਲੱਗਦਾ ਮਿਕਾਇਲ ਨੂੰ, ਤੇ ਮਿਕਾਇਲ ਜਿਹੜਾ ਨਾ ਉਹ ਉੱਥੇ ਹੀ ਛਾਉਣੀ ਦੇ ਵਿੱਚ ਜਿਹੜਾ ਨਾ ਜਿਹੜਾ ਉਹਨੇ ਪ੍ਰੋਟੋਟਾਈਪ ਤਿਆਰ ਕੀਤੇ ਹੁੰਦਾ ਉਹ ਨਾ ਉਹਦਾ ਬਰਸਟ ਕੱਢਦਾ
ਕਿਸੇ ਚੀਜ਼ ਉੱਤੇ ਮਾਰਦਾ, ਜਦੋਂ ਬਰਸਟ ਨਿਕਲਦਾ ਨਾ ਸਾਰੇ ਬੰਦੇ ਜਿਹੜੇ ਨੇ ਉਹ ਇਕੱਠੇ ਛੱਠੇ ਹੋ ਜਾਂਦੇ ਨੇ, ਉਹਨੂੰ ਲੱਭ ਲੈਂਦੇ ਨੇ ਤੇ ਉਹਨੂੰ ਲੈ ਜਾਂਦੇ ਨੇ ਸੀਨੀਅਰ ਅਫਸਰ ਦੇ ਸਾਹਮਣੇ, ਜਿਹਨੂੰ ਉਹ ਮਿਲਣਾ ਚਾਹੁੰਦਾ ਹੁੰਦਾ ਹੈ। ਤੇ ਉਹਨੂੰ ਦੱਸਦਾ ਕਿ ਇੰਜ ਇੰਜ ਮੈਂ ਰਾਈਫਲ ਤਿਆਰ ਕੀਤੀ ਸੀ, ਉਹ ਪੂਰੀ ਵਾਰਦਾਤ ਦੱਸਦਾ, ਅਸੀਂ ਇੰਜ ਇੰਜ ਜ਼ਖਮੀ ਹੋਏ ਤੇ ਮੈਂ ਨੀਅਤ ਕਰ ਲਈ ਸੀ ਕਿ ਮੈਂ ਇਹਦੀ ਬੰਦੂਕ ਬਣਾਉਣੀ ਹੈ ਜਿਹੜੀ ਜੈਮ ਨਾ ਹੋਵੇ, ਕਿਉਂਕਿ ਸਾਡੀਆਂ ਜਿਹੜੀਆਂ ਗੰਨਾਂ ਨੇ ਨਾ ਜੈਮ ਹੁੰਦੀਆਂ ਨੇ, ਤੇ ਮੈਂ ਜਿਹੜੇ ਬੰਦੇ ਨੂੰ ਗੱਲ ਕਰਨਾ ਉਹ ਦੁੱਖ ਕਰ ਜਾਂਦਾ, ਗੁੱਸਾ ਕਰ ਜਾਂਦਾ ਵੀ ਤੂੰ ਇੰਜ ਕਿਉਂ ਆਖਦਾ ਪਿਆ। ਤੇ ਉਹ ਜਿਹੜਾ ਨਾ ਬੜਾ ਖੁਸ਼ ਹੁੰਦਾ ਹੈ, ਜਿਹੜਾ ਆਫੀਸਰ ਹੁੰਦਾ ਉਹ ਕਹਿੰਦਾ ਕਿ ਤੂੰ ਇਹ ਕਰਨਾ ਨਾ, ਇਹਦੇ ਤੇ ਕੰਮ ਕਰ, ਤੇ ਤੂੰ ਜਿਹੜਾ ਨਾ ਜਿਹੜੇ ਕੰਪੀਟੀਸ਼ਨ ਹੁੰਦੇ ਨੇ ਨਾ ਰਾਈਫਲਾਂ ਦੇ, ਜਾਂ ਜਿੱਥੇ ਟੈਸਟ ਹੁੰਦੀਆਂ ਨੇ ਰਾਈਫਲਾਂ ਆਰਮੀ ਦੀਆਂ, ਤੂੰ ਉੱਥੇ ਜਾ, ਉਹਨਾਂ ਨੂੰ ਦੇ ਤੇ ਉਹਨਾਂ ਨੂੰ ਦੱਸ ਮੇਰਾ, ਤੇ ਉਹ ਵੀ ਇਹ ਬੰਦੂਕ ਨੂੰ ਟੈਸਟ ਟੁਸਟ ਕਰਨ ਤੇ ਚੈੱਕ ਕਰਨ। ਅੱਛਾ, ਬੜਾ ਖੁਸ਼ ਹੁੰਦਾ ਮਿਕਾਇਲ ਜਿਹੜਾ ਨਾ ਉੱਥੇ ਜਾਂਦਾ ਹੈ ਕੰਪੀਟੀਸ਼ਨ ਦੇ ਵਿੱਚ, ਜਿੱਥੇ ਰਾਈਫਲਾਂ ਟੈਸਟ ਹੁੰਦੀਆਂ ਨੇ, ਤੇ ਇਹਦੀ ਜਿਹੜੀ ਰਾਈਫਲ ਹੈ ਨਾ, ਜਿਹਨੂੰ AK-47 ਕਹਿੰਦੇ ਆ, ਅਰਲੀ ਪ੍ਰੋਟੋਟਾਈਪ ਜਿਹੜਾ ਅਰਲੀ ਮਾਡਲ ਹੁੰਦਾ ਹੈ, ਉਹ ਪਾਸ ਹੋ ਜਾਂਦਾ ਹੈ। ਤੇ ਮਿਕਾਇਲ ਜਿਹੜਾ ਬੜਾ ਖੁਸ਼ ਹੁੰਦਾ ਹੈ। ਅੱਛਾ, ਸਾਰੇ ਜਿਹੜੇ ਨੇ ਨਾ ਉਹ ਇਹਨਾਂ ਦੀ ਜਿਹੜੀ ਗਨ ਹੁੰਦੀ ਹੈ ਉਹਦੇ ਤੋਂ ਬੜੇ ਸਰਪ੍ਰਾਈਜ਼ ਹੁੰਦੇ ਨੇ। ਅੱਛਾ, ਇਹਦੇ ਚ ਵੇਖੋ ਕੋਈ ਵੀ ਮੁਲਕ ਹੈ ਨਾ ਕਿਸੇ ਦੂਸਰੇ ਮੁਲਕ ਦੀ ਐਗਜ਼ੈਕਟ ਬੰਦੂਕ ਜਿਹੜਾ ਨਾ ਬਣਾ ਕੇ ਆਪਣੀ ਆਰਮੀ ਨੂੰ ਨਹੀਂ ਦੇ ਸਕਦਾ ਹੈ। ਮਤਲਬ ਇਹ ਇੱਕ ਤੇ ਕਹਿ ਲਓ ਇੱਕ ਤੇ ਇੱਕ ਵਾਇਲੇਸ਼ਨ ਵੀ ਹੋ ਜਾਂਦੀ ਹੈ, ਇੱਕ ਕਾਪੀਰਾਈਟ ਦੀ ਵਾਇਲੇਸ਼ਨ ਵਗੈਰਾ ਹੋ ਜਾਂਦੀ ਹੈ ਅਗਰ ਆਮ ਲਫ਼ਜ਼ਾਂ 'ਚ ਕਹੋ। ਤੇ ਦੂਜਾ ਇੱਕ ਜਿਹੜਾ ਹੁੰਦਾ ਨਾ ਇੱਕ ਮੋਰਲ ਹੁੰਦਾ ਬੰਦੇ ਦਾ, ਜਾਂ ਇੱਕ ਗੈਰਤ ਹੁੰਦੀ ਹੈ, ਉਹ ਵੀ ਗਵਾਰਾ ਨਹੀਂ ਕਰਦੀ ਕਿ ਯਾਰ ਮੈਂ ਦੂਜਾ ਹੋਣਾ। ਮਤਲਬ ਹੈ ਕਿ ਅਸੀਂ ਜਿਕਨ ਫਾਰ ਐਗਜ਼ਾਮਪਲ ਅਸੀਂ ਸਾਡੀ ਪਾਕਿਸਤਾਨ ਦੀ ਆਰਮੀ G3 ਇਸਤੇਮਾਲ ਕਰਦੀ ਹੈ, ਤੇ ਉਹ ਇੰਡੀਆ ਵਾਲੇ ਵੀ G3 ਲਿਆ ਕੇ ਨਾ ਅੱਗੇ ਆਪਣੀ ਆਰਮੀ ਵਾਲਿਆਂ ਨੂੰ ਦੇ ਦੇਣ, ਮਤਲਬ ਇੰਝ ਹੁੰਦਾ ਨਹੀਂ ਹੈ। ਤੇ ਉਹ ਜਿਹੜੇ ਨਾ ਕਦੇ ਵੀ STG-44 ਰਾਈਫਲ ਜਿਹੜੀ ਇਹਨਾਂ ਦੇ ਹੱਥ ਆਈ ਸੀ ਸੋਵੀਅਤ ਯੂਨੀਅਨ ਦੇ, ਉਹ ਕਦੇ ਵੀ ਡਾਇਰੈਕਟ ਰਾਈਫਲ ਇਸਤੇਮਾਲ ਨਹੀਂ ਕਰ ਸਕਦੇ, ਲਿਹਾਜ਼ਾ ਉਹਨੂੰ ਜਿਹੜਾ ਨਾ ਚੇਂਜਿੰਗ ਕਰਕੇ ਉਸ ਰਾਈਫਲ ਦੀ ਆਪਣਾ ਜਿਹੜਾ ਨਿਊ ਵੇਰੀਐਂਟ ਹੈ ਮਿਕਾਇਲ ਕਲੈਸ਼ਨਕੋਵ ਜਿਹੜਾ ਨਾ ਉਹਨਾਂ ਉਹਦਾ AK-47 ਦੀ ਸ਼ਕਲ ਵਿੱਚ ਇੱਕ ਨਵੀਂ ਰਾਈਫਲ ਤਿਆਰ ਕਰਕੇ ਲੈ ਕੇ ਆਏ। ਅੱਛਾ, ਮੈਂ ਕਿਉਂ ਕਹਿਣਾ, ਅੱਛਾ AK-47 ਦਾ ਜਿਹੜਾ ਕੈਲੀਬਰ ਹੈ, ਠੀਕ ਹੈ, ਜਾਂ ਬੋਰ ਜਿਹਨੂੰ ਅਸੀਂ ਆਖਦੇ ਹਾਂ, ਉਹ 7.62/39। ਅੱਛਾ, ਇਹ ਉਹ ਹੀ ਕੈਲੀਬਰ ਹੈ ਜਿਹੜਾ SKS ਰਾਈਫਲ ਜਿਹਦਾ ਮੈਂ ਪਹਿਲਾਂ ਨਾਂ ਲਿਆ, ਸੋਵੀਅਤ ਯੂਨੀਅਨ ਦੀ ਰਾਈਫਲ ਜਿਹੜੀ ਹੁੰਦੀ ਸੀ, ਇਹ ਉਹਦਾ ਉਹੀ ਬੋਰ। ਇਸ ਤੋਂ ਇਲਾਵਾ ਵੀ ਇੱਕ ਇਹਨਾਂ ਦੀ ਇੱਕ ਮਸ਼ੀਨ ਗਨ ਨੇ ਰਸ਼ੀਆ ਦੀ, ਸੋਵੀਅਤ ਯੂਨੀਅਨ ਜਿਸ ਟਾਈਮ ਇਸਤੇਮਾਲ ਕਰਦਾ ਸੀ, RPD ਜਿਹਨੂੰ ਕਿਹਾ ਜਾਂਦਾ ਹੈ ਮਸ਼ੀਨ ਗਨ, ਉਹਦੇ ਵਿੱਚ ਵੀ ਇਹੀ ਕੈਲੀਬਰ ਇਸਤੇਮਾਲ ਹੁੰਦਾ ਸੀ। ਯਾਨੀ ਕਿ ਇਹ ਪਹਿਲਾਂ ਹੀ ਕੈਲੀਬਰ ਮੌਜੂਦ ਸੀ, ਉੱਥੋਂ ਕੈਲੀਬਰ ਚੁੱਕ ਗਏ ਇਹਨਾਂ STG-44 ਦਾ ਆਪਰੇਟਿੰਗ ਸਿਸਟਮ ਚੁੱਕ ਗਏ, ਤੇ ਮਿਕਾਇਲ ਤੇ ਉਹਨਾਂ ਦੀ ਟੀਮ ਹੈ ਜਿਹੜੀ ਸੋਵੀਅਤ ਯੂਨੀਅਨ ਦੀ ਜਿਹੜੀ ਬੜੀ ਟੀਮ ਸੀ, ਉਹਨਾਂ ਇੱਕ ਨਵੀਂ ਜਿਹੜੀ ਰਾਈਫਲ ਜਿਹਨੂੰ AK-47 ਕਹਿੰਦੇ ਨੇ ਤਿਆਰ ਕੀਤੀ। ਇਹ ਉਹ ਗਨ ਜਿਹੜੀ ਹੈ 1947 ਦੇ ਵਿੱਚ ਜਿਹੜੀ ਆਉਂਦੀ ਹੈ, ਜਿਹੜਾ ਅਰਲੀ ਪ੍ਰੋਟੋਟਾਈਪ ਹੈ ਨਾ, ਟੋਟਲੀ ਡਿਫਰੈਂਟ ਗਨ ਨੇ ਜਿਹੜੀ ਮਿਕਾਇਲ ਨੇ ਸਾਰਿਆਂ ਨਾਲੋਂ ਪਹਿਲਾਂ ਬਣਾਈ ਸੀ। AK-47 ਜਿਹੜੀ ਬਣ ਕੇ ਆਈ ਹੈ ਨਾ, ਉਹ ਬਕਾਇਦਾ ਪੂਰੀ ਟੀਮ ਜਿਹੜੀ ਹੈ ਸੋਵੀਅਤ ਯੂਨੀਅਨ ਦੀ, ਉਹਦੀ ਹੈਲਪ ਨਾਲ ਮਿਕਾਇਲ ਸਾਹਿਬ ਨੇ ਜਿਹੜਾ ਉਹ ਬਣਾਈ ਸੀ। ਅੱਛਾ, ਮਿਕਾਇਲ ਜਿਹੜੇ ਨੇ ਉਹ ਜਿਹੜੀ ਹੈ ਉਹਨਾਂ ਦੀ ਗਨ ਸਾਰੀ ਪਾਸ ਹੋ ਜਾਂਦੀ ਹੈ। ਗਨ ਜਿਹੜੀ ਹੈ 1949 ਦੇ ਵਿੱਚ 1949 ਦੇ ਵਿੱਚ ਉਹ ਰਸ਼ੀਆ ਦੀ ਜਿਹੜੀ ਹੈ ਸੋਵੀਅਤ ਯੂਨੀਅਨ ਦੀ ਜਿਹੜੀ ਆਰਮੀ ਹੁੰਦੀ ਹੈ ਨਾ, ਉਹਦੇ ਹਵਾਲੇ ਕੀਤੀ ਜਾਂਦੀ ਹੈ। ਇਹਦਾ ਇੰਪਰੂਵਮੈਂਟ ਜਿਹੜੀ ਇਹਦੇ 'ਚ ਇਹ ਹੁੰਦੀ ਹੈ ਕਿ ਇਹ ਤੁਸੀਂ ਸੈਮੀ ਵੀ ਚਲਾ ਸਕਦੇ ਹੋ ਤੇ ਫੁੱਲ ਆਟੋ ਵੀ ਚਲਾ ਸਕਦੇ ਹੋ। ਜਿਹੜੀ ਪੁਰਾਣੀ ਰਾਈਫਲ ਸੀ ਨਾ SKS ਸੋਵੀਅਤ ਯੂਨੀਅਨ ਦੀ, ਉਹ ਸਿਰਫ ਸੈਮੀ ਆਟੋ ਵਰਜਨ ਸੀ। ਅੱਛਾ, ਇਹਦੇ ਵਿੱਚ ਥੋੜਾ ਜਿਹਾ ਤੁਹਾਨੂੰ ਮੈਂ ਮੈਂਸ਼ਨ ਕਰਨਾ ਚਾਹਾਂਗਾ ਇੱਕ ਚੀਜ਼ ਕਿ STG-44 ਹੈ ਨਾ ਜਿਹੜੀ, ਉਹ ਹੀ ਤਕਰੀਬਨ ਉਹਦੀ ਜਿਹੜੀ ਲੈਂਥ ਤੇ ਵਜ਼ਨ ਹੈ ਨਾ ਜਿਹੜਾ, ਉਹ ਹੀ ਤਕਰੀਬਨ 37 ਇੰਚ ਲੰਮੀ, ਤੇ AK-47 ਜਿਹੜੀ ਇਹਨਾਂ ਬਣਾਈ ਤਕਰੀਬਨ 35 ਇੰਚ ਲੰਮੀ, ਯਾਨੀ ਕਿ ਉਹਦੇ ਨਾਲ ਥੋੜੀ ਜਿਹੀ ਇਹਦੀ ਨਾ ਲੈਂਥ ਜਿਹੜੀ ਘੱਟ ਕੀਤੀ। STG-44 ਹੀ ਨਾ ਉਹਦਾ ਵਜ਼ਨ ਬੜਾ ਹੈ, ਉਹ ਤਕਰੀਬਨ 4.6 ਕਿਲੋ, ਯਾਨੀ ਕਿ 4 ਕਿਲੋ 600 ਗ੍ਰਾਮ ਨਾਲ ਇਹਨਾਂ ਉਹਦਾ ਵਜ਼ਨ ਕਮ 1 ਕਿਲੋ ਜਿਹੜਾ ਨਾ ਵਜ਼ਨ ਘੱਟ ਕੀਤਾ AK-47 ਦੇ ਡਿਜ਼ਾਈਨ ਦੇ ਵਿੱਚ। ਜਿਹੜੇ ਰਸ਼ੀਆ ਦੇ ਇੰਜੀਨੀਅਰ ਹੈ, ਮਿਕਾਇਲ ਦੀ ਟੀਮ ਵਗੈਰਾ ਦੇ ਬੰਦੇ ਜਿਹੜੇ ਨਾਲ, ਜਿਹੜੀ AK-47 ਹੈ ਉਹਦਾ ਨਾਰਮਲ ਜਿਹੜਾ ਵਜ਼ਨ ਹੈ ਉਹ ਤਕਰੀਬਨ 3.5 ਕਿਲੋ ਤੋਂ ਥੋੜਾ ਜਿਹਾ ਜ਼ਿਆਦਾ ਹੁੰਦਾ, ਤਕਰੀਬਨ 3.5 ਕਿਲੋ ਕਰ ਲਓ, ਤਕਰੀਬਨ ਹੈ ਵੀ 3.45 kg ਤੱਕ ਇਹਦਾ ਵਜ਼ਨ ਜਿਹੜਾ ਹੁੰਦਾ ਹੈ, ਯਾਨੀ ਕਿ 1 ਕਿਲੋ ਵਜ਼ਨ ਘੱਟ ਕਰ ਦਿੱਤਾ। ਤੇ ਅੱਛਾ, ਇਹਦੇ ਵਿੱਚ ਜਿਹੜਾ ਉਹ ਤੁਹਾਨੂੰ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਇਹਦਾ ਜਿਹੜਾ ਬੋਰ ਹੈ ਨਾ, ਇਹ ਨਵਾਂ ਬੋਰ ਨਹੀਂ ਆਇਆ, ਇਹ ਉਹੀ ਬੋਰ ਹੈ ਜਿਹੜਾ ਪਹਿਲਾਂ ਰਸ਼ੀਆ ਇਸਤੇਮਾਲ ਕਰਦਾ ਸੀ ਪਿਆ 7.62/39। ਇਹ ਕੋਪ ਦਾ ਆਪਣਾ ਬੋਰ ਨਹੀਂ ਹੈ, ਇਹ ਪੁਰਾਣੀਆਂ ਗੰਨਾਂ ਦੀ ਬੋਰ ਹੈ ਸੋਵੀਅਤ ਯੂਨੀਅਨ ਦਾ। ਅੱਛਾ, ਇਹਦੇ ਵਿੱਚ ਜਿਹੜਾ ਨਾ ਮਿਕਾਇਲ ਜਿਹੜੇ ਨੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ
ਅਵਾਰਡ ਦਿੱਤੇ ਜਾਂਦੇ ਨੇ ਇਹਨਾਂ ਨੂੰ, ਜਿਹੜਾ ਸਟਾਲਨ ਅਵਾਰਡ ਦਿੱਤਾ ਜਾਂਦਾ ਹੈ, ਲਿਨਨ ਅਵਾਰਡ ਦਿੱਤਾ ਜਾਂਦਾ ਹੈ, ਰੈੱਡ ਸਟਾਰ ਦਾ, ਸੋਵੀਅਤ ਦੇ ਜਿਹੜੇ ਆਪਣੇ ਉਸ ਟਾਈਮ ਦੇ ਅਵਾਰਡ ਹੈ ਉਹ ਦਿੱਤੇ ਜਾਂਦੇ ਨੇ। ਔਰ ਇੱਕ ਬਹੁਤ ਅੱਛੀ ਗਨ ਜਿਹੜਾ ਉਹ ਬਣਾ ਕੇ ਲੈ ਕੇ ਆਉਂਦੇ ਨੇ ਮਿਕਾਇਲ ਜਿਹੜੇ ਨੇ। ਅੱਛਾ, ਮਿਕਾਇਲ ਜਿਹੜੇ ਨੇ ਉਹ ਜਿਹੜੇ ਨਾ ਫੋਤ ਹੁੰਦੇ ਨੇ। ਹਿਸਟਰੀ ਦੀ ਬਾਰੇ ਗੱਲ ਅਗਰ ਅੱਗੋਂ ਰਾਈਫਲ ਦੇ ਬਾਰੇ ਗੱਲ ਕੀਤੀ ਜਾਏ ਨਾ, ਇਹ ਰਾਈਫਲ ਪੂਰੀ ਦੁਨੀਆ ਤੇ ਕਿੰਜ ਮਸ਼ਹੂਰ ਹੋਈ, ਇੰਨੀ ਅੱਛੀ ਰਾਈਫਲ ਕਿਉਂ ਮੰਨੀ ਜਾਂਦੀ ਏ, ਉਹਦੇ ਵਿੱਚ ਕੋਈ ਪੁਆਇੰਟ ਨੇ। ਉਹ ਪੁਆਇੰਟ ਇਹ ਨੇ, ਮੈਂ ਲਾਜ਼ਮੀ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਸੋਵੀਅਤ ਯੂਨੀਅਨ ਦੇ ਵਿੱਚ ਜਿਹੜੀ ਅਫਗਾਨਿਸਤਾਨ ਦੇ ਉੱਤੇ ਹਮਲਾ ਹੋਇਆ ਸੀ ਨਾ, ਉਹ ਜਿਹੜੀ ਪ੍ਰੋਕਸੀ ਵਾਰ ਦੇ ਵਿੱਚ ਜਿਹੜੀ ਨਾ ਗਨ ਇਸਤੇਮਾਲ ਹੋਈ ਹੈ, ਜਿਹੜੀ ਉੱਥੋਂ ਰਾਈਫਲ ਉੱਠੀ ਹੈ। ਅਸਲ ਵਿੱਚ ਇਹ ਵੈਪਨ ਜਿਹੜਾ ਸੋਵੀਅਤ ਯੂਨੀਅਨ ਦਾ ਵੈਪਨ ਹੈ, ਜਾਂ ਹੁਣ ਜਿਹੜੇ ਮੁਲਕ ਟੁੱਟ ਗਏ ਨੇ ਉਹ ਇਸ ਵੈਪਨ ਨੂੰ AK-47 ਨੂੰ ਇਸਤੇਮਾਲ ਕਰਦੇ ਨੇ। ਜਿਹੜੇ ਵੱਖਰੇ ਵੱਖਰੇ ਹੋ ਗਏ, ਚੀਚਨੀਆ ਵਗੈਰਾ ਹੋ ਗਿਆ, ਯੂਕਰੇਨ ਵਗੈਰਾ ਹੋ ਗਿਆ, ਉਹ ਵੀ ਸੋਵੀਅਤ ਯੂਨੀਅਨ ਦੇ ਹਿੱਸੇ ਸੀ, ਜਾਂ ਨਾਲ ਜਿਹੜੇ ਸਾਡੇ ਸੈਂਟਰਲ ਏਸ਼ੀਆ ਦੇ ਵਿੱਚ ਮੁਲਕ ਨੇ। ਅੱਛਾ, ਉਹਦੇ ਵਿੱਚ ਨਾ ਜਿਹੜੀ ਪ੍ਰੋਕਸੀ ਵਾਰ ਹੁੰਦੀ ਹੈ, ਤੁਹਾਨੂੰ ਪਤਾ ਹੈ ਕੋਈ ਵੀ ਮੁਲਕ ਡਾਇਰੈਕਟ ਆਪਣੀ ਰਾਈਫਲ ਨਹੀਂ ਤੋਰਦਾ ਹੈ ਕਿ ਯਾਰ ਤੂੰ ਇਹ ਰਾਈਫਲ ਲੈ ਤੇ ਲੜ ਮੇਰੇ ਵਾਸਤੇ। ਉਹ ਕਹਿੰਦੇ ਨੇ ਉੱਥੋਂ ਹੀ ਜਿਹੜੀ ਉੱਥੇ ਅਵੇਲੇਬਲ ਗਨ ਹੈ ਨਾ ਉਹ ਇਸਤੇਮਾਲ ਕਰੋ। ਅੱਛਾ, ਉਹਦੇ ਵਿੱਚ ਜਿਹੜੀ ਹੈ ਨਾ ਖਾਸ ਤੌਰ ਤੇ ਅਫਗਾਨਿਸਤਾਨ ਦੇ ਵਿੱਚ ਇਹ ਗਨ, ਤੇ ਅਫਰੀਕਾ ਦੇ ਵਿੱਚ ਵੀ ਬੜੀ ਪ੍ਰੋਕਸੀ ਵਾਰ ਜਿਹੜੀ ਹੈ ਲੜੀ ਗਈ ਹੈ। ਬੜੇ ਬੜੇ ਮੁਲਕਾਂ ਦੇ ਆਪਣੇ ਇੰਟਰਸਟ ਹੈ, ਫਰਾਂਸ ਵਗੈਰਾ ਦੇ, ਯੂਰਪ ਦੇ, ਬਰਤਾਨੀਆ ਦੇ। ਅੱਜ ਤੱਕ ਕਈ ਮੁਲਕ ਐਸੇ ਨੇ, ਜਿਕਨ ਸਾਊਥ ਅਫਰੀਕਾ ਹੈ, ਉਹ ਹੈ ਤੇ ਸਾਊਥ ਅਫਰੀਕਾ ਹੈ, ਲੇਕਿਨ ਉਹਦੇ ਉੱਤੇ ਜਿਹੜਾ ਸਿੱਕਾ ਚੱਲਦਾ ਉਹ ਬਰਤਾਨੀਆ ਦਾ ਚੱਲਦਾ, ਕਿਉਂਕਿ ਤੁਹਾਨੂੰ ਪਤਾ ਹੈ ਬਰਤਾਨੀਆ ਦਾ ਪੂਰੀ ਦੁਨੀਆ ਤੇ ਹਕੂਮਤ ਹੈ। ਇੱਕ ਜ਼ਮਾਨੇ ਵਿੱਚ ਅਸੀਂ ਵੀ ਬਰਤਾਨੀਆ ਤੋਂ ਪਾਕਿਸਤਾਨ ਜਿਹੜਾ ਅਸੀਂ ਆਜ਼ਾਦ ਹੋਇਆ। ਪ੍ਰੋਕਸੀ ਵਾਰ ਜਿਹੜੇ ਨੇ ਉਹਦੇ ਵਿੱਚ ਸਭ ਨਾਲੋਂ ਜ਼ਿਆਦਾ ਜਿਹੜਾ ਕਾਮਯਾਬ ਵੈਪਨ ਉੱਠ ਕੇ ਆਇਆ ਨਾ, ਉਹ AK-47 ਸੀ। ਅੱਛਾ, ਇਹਦੇ ਵਿੱਚ ਹੋਰ ਇਹਦਾ ਬੈਨੀਫਿਟ ਇਹ ਸੀ ਕਿ ਇਹ ਬਣਾਉਣਾ ਬੜਾ ਸੌਖਾ ਸੀ, ਇਹਦੇ ਪਾਰਟ ਬਣਾਉਣੇ ਬੜੇ ਸੌਖੇ ਸੀ। ਇਹਦੇ ਵਾਸਤੇ ਤੁਹਾਨੂੰ ਵੱਡੀਆਂ ਵੱਡੀਆਂ CNC ਮਸ਼ੀਨਾਂ ਨਹੀਂ ਚਾਹੀਦੀਆਂ। ਜਿਹੜੇ ਕਾਰੀਗਰ ਤੇ ਮਕੈਨਿਕ ਬੰਦੇ ਹੋਏ ਨਾ, ਬੜੀ ਈਜ਼ੀਲੀ ਇਹਨੂੰ ਵਰਕਸ਼ਾਪ ਦੇ ਵਿੱਚ ਬਣਾ ਲੈਂਦੇ ਸੀ, ਇਹਨੂੰ ਕਾਪੀ ਕਰ ਲੈਂਦੇ ਸੀ, ਬਣਾ ਲੈਂਦੇ ਸੀ। ਅੱਛਾ, ਦੂਜੀ ਗੱਲ ਜਿਹੜੇ ਮਤਲਬ ਹੈ ਇਹਦੀ ਡਿਊਰੇਬਿਲਿਟੀ ਦੀ ਗੱਲ ਕੀਤੀ ਜਾਏ, ਅੱਛਾ ਇਹ ਅੜਫਸ ਨਹੀਂ ਕਰਦੀ, ਜਾਮ ਨਹੀਂ ਹੁੰਦੀ ਹੈ ਰਾਈਫਲ। ਔਰ ਇਹ ਜਿਹੜੇ ਹਾਰਸ਼ ਜਿਹੜਾ ਮੌਸਮ ਹੁੰਦਾ ਹੈ ਉਹਦੇ ਵਿੱਚ ਇਹ ਜਿਹੜੀ ਬਹੁਤ ਕਾਮਯਾਬ ਰਾਈਫਲ ਹੈ, ਇਸ ਗੱਲੇ। ਅੱਛਾ, ਅੱਗੋਂ ਮੈਂ ਇੱਕ ਗੱਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਰਾਈਫਲ ਬਦਨਾਮ ਹੋ ਗਈ, ਠੀਕ ਹੈ। ਅਥਾ ਕਿ ਕਈ ਮਤਲਬ ਹੁੰਦਾ ਨਾ ਇਸ ਚੀਜ਼ ਬਦਨਾਮ ਹੋ ਜਾਂਦੀ ਹੈ। ਉਹ ਬਦਨਾਮ ਇੰਝ ਹੋਈ, ਤੁਹਾਨੂੰ ਪਤਾ ਹੈ ਜਿਹੜੇ ਗਰੁੱਪ ਪ੍ਰੋਕਸੀਆਂ ਲੜਦੇ ਨੇ, ਜਾਂ ਜਿਹੜੇ ਗਰੁੱਪ ਮਤਲਬ ਬਦਮਾਸ਼ੀ ਦੇ ਬਣ ਜਾਂਦੇ ਨੇ, ਮੈਂ ਕੋਈ ਵਰਡ ਐਸਾ ਯੂਜ਼ ਨਹੀਂ ਕਰਨਾ ਚਾਹੁੰਦਾ ਜਿਹੜਾ ਨਾ ਮਾੜਾ ਲਫ਼ਜ਼ ਹੋਵੇ। ਉਹਦੇ ਵਿੱਚ ਜਿਹੜਾ ਇੱਕ ਸਊਦੀਆ ਦਾ ਇੱਕ ਬੰਦਾ ਸੀ, ਤੁਹਾਨੂੰ ਪਤਾ ਇੱਕ ਬਾਬਾ ਸੀ, ਉਹ ਕੋਈ ਵੀਡੀਓ ਵੀ ਲੀਕ ਕਰਦਾ ਸੀ ਸੰਨ 2000 ਤੋਂ ਪਹਿਲਾਂ, ਤੇ ਉਹਨੇ ਜਿਹੜੀ ਪਿੱਛੇ ਬੰਦੂਕ ਰੱਖੀ ਹੁੰਦੀ ਸੀ ਨਾ, ਆ ਕੰਧ ਦੇ ਨਾਲ ਲਾ ਕੇ, ਉਹ AK-47 ਦੀ, ਉਹ ਜਿਹਨੂੰ ਅਸੀਂ ਕਿਰਨ ਕਹਿੰਦੇ ਆ ਪਾਕਿਸਤਾਨ ਦੇ ਵਿੱਚ, ਕਿਰਨਕੋਵ, ਠੀਕ ਹੈ, ਉਹ ਰੱਖੀ ਹੁੰਦੀ ਸੀ। ਤੇ ਉਹਦੇ ਜਿਹੜੇ ਮਤਲਬ ਬੰਦੇ ਜਿਹੜੇ ਅੱਗੋਂ ਕੋਈ ਗਰੁੱਪ ਨੇ ਜਿਹੜੇ ਬਣੇ, ਉਹ ਜਿਹੜੇ ਵੀਡੀਓ ਆਪਣੀਆਂ ਬਣਾਉਂਦੇ ਸੀ, ਤੇ ਉਹ ਜਿਹੜੇ ਉਹ ਚੁੱਕੀ ਹੁੰਦੀ ਸੀ ਨਾ ਹੱਥਾਂ ਦੇ ਵਿੱਚ, ਉਹ AK-47 ਹੁੰਦੀ ਸੀ। ਅੱਛਾ, ਜਿਹੜਾ ਵੈਸਟ ਹੈ ਨਾ, ਜਿਸ ਟਾਈਮ ਉਹ ਮਤਲਬ ਖਬਰਾਂ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਸੀ, ਇਹ ਵੀਡੀਓਜ਼ ਚੱਲਦੀਆਂ ਸੀ ਵੈਸਟ ਦੇ ਵਿੱਚ ਜਾਂ ਪੂਰੀ ਦੁਨੀਆ ਉੱਤੇ, ਉਹ ਆਟੋਮੈਟਿਕ ਜਿਹੜਾ ਨਾ ਇਸ ਬੰਦੂਕ ਦਾ ਖੌਫ ਜਿਹੜਾ ਉਹ ਛਾ ਗਿਆ ਪੂਰੀ ਦੁਨੀਆ ਉੱਤੇ। ਔਰ ਇਹ ਜਿਹੜੀ ਬੰਦੂਕ ਹੈ ਇੱਕ ਬਦਨਾਮ ਰਾਈਫਲ ਦੇ ਤੌਰ ਤੇ ਜਿਹੜਾ ਨਾ ਵੇਖੀ ਜਾਣ ਲੱਗੀ, ਠੀਕ ਹੈ। ਬਦਨਾਮ ਜਿਕਨ ਹੋ ਜਾਂਦੀ ਹੈ ਉਂਝ ਹੋਣ ਲੱਗ ਪਈ ਹੈ ਬੰਦੂਕ, ਤਾਂ ਕਿ ਇਹ ਇੱਕ ਅਸਾਲਟ ਰਾਈਫਲ, ਉਹ ਬੜੀ ਅੱਛੀ ਰਾਈਫਲ ਹੈ। ਅੱਛਾ, ਉਹਦੇ ਵਿੱਚ ਅੱਗੂ ਜਾ ਕੇ ਅਗਰ ਵੇਖਿਆ ਜਾਏ, ਇਹ ਜਿਹੜੀ ਰਾਈਫਲ ਹੈ, ਇਹ ਕਈ ਜਿਹੜੇ ਮੁਲਕ ਨੇ ਉਹ ਆਪਣੀਆਂ ਜਿਹੜੀਆਂ ਆਰਮੀਜ਼ ਨੇ ਉਹ ਉਹਨਾਂ ਨੂੰ ਹੀ ਇਸਤੇਮਾਲ ਕਰਦੇ ਨੇ। ਇੰਡੀਆ ਦੀ ਆਰਮੀ ਵੀ ਇਸਤੇਮਾਲ ਕਰਦੀ ਹੈ, ਪਾਕਿਸਤਾਨ ਦੀ ਆਰਮੀ ਵੀ ਇਹ ਰਾਈਫਲ ਇਸਤੇਮਾਲ ਕਰਦੀ ਹੈ। ਅੱਛਾ, ਇਹਨਾਂ ਵਿੱਚ ਫਰਕ ਹੁੰਦਾ, ਇਹਨਾਂ ਦੇ ਮਾਡਲਾਂ ਵਿੱਚ ਵੀ ਫਰਕ ਹੁੰਦਾ ਹੈ। ਔਰ ਉਹ ਮੁਲਕ ਜਿਹੜੇ ਸੋਵੀਅਤ ਯੂਨੀਅਨ ਨਾਲ ਟੁੱਟ ਗਏ, ਅਲੱਗ ਹੋਏ ਸੀ, ਉਹਨਾਂ ਦੀਆਂ ਫੌਜਾਂ ਵੀ ਇਸ ਰਾਈਫਲ ਨੂੰ ਇਸਤੇਮਾਲ ਕਰਦੀਆਂ ਨੇ। ਅੱਛਾ, ਹੁਣ ਐਂਡ ਤੇ ਆ ਕੇ ਮੈਂ ਜਿਹੜਾ ਇੱਕ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਾਂ ਦਾ, ਬੜੇ ਭਾਈ ਇਤਰਾਜ਼ ਵੀ ਕਰਦੇ ਨੇ, ਕਹਿੰਦੇ ਨੇ ਜੀ ਬੜੀ ਵਧੀਆ ਰਾਈਫਲ ਹੈ। ਅੱਛਾ, ਇਹ ਜਿਹੜੀ ਰਾਈਫਲ ਹੈ ਨਾ, ਕਲੋਜ਼ ਰੇਂਜ ਤੇ ਮੀਡੀਅਮ ਰੇਂਜ ਵਾਸਤੇ ਬਹੁਤ ਜ਼ਬਰਦਸਤ ਰਾਈਫਲ ਹੈ। ਅਗਰ ਤੁਸੀਂ 300 ਤੋਂ 350 400 ਮੀਟਰ ਤੱਕ, ਯਾਨੀ ਕਿ ਇਹਦੀ ਜਿਹੜੀ ਰੇਂਜ ਹੈ ਉਹ 300 ਤੋਂ 350 ਮੀਟਰ ਤੱਕ ਇਹਦੀ ਰੇਂਜ ਹੈ ਇਹਦੀ ਗੋਲੀ ਦੀ, ਅਗਰ ਡਿਫੈਂਸ ਕਰਨਾ ਹੈ ਨਾ ਆਪਣੇ ਇਲਾਕੇ ਦਾ, ਆਪਣੇ ਡੇਰੇ ਸ਼ੇਰੇ ਦਾ, ਆਪਣੇ ਘਰ ਵਗੈਰਾ ਦਾ, ਇਹ ਬਹੁਤ ਜ਼ਬਰਦਸਤ ਰਾਈਫਲ ਹੈ ਇਹਦੇ ਵਾਸਤੇ। ਉਹਦੀ ਵਜ੍ਹਾ ਹੈ ਕਿ ਇਹਦੀ ਗੋਲੀ ਹੈ ਮੋਟੀ, ਠੀਕ ਹੈ। ਜਿਹੜੀ ਮੋਟਾ ਸਲੱਗ ਹੁੰਦਾ ਹੈ ਨਾ, ਉਹਦਾ ਪੰਚ ਜਿਹੜਾ ਪੈਂਦਾ ਹੈ ਉਹ ਬੜਾ ਡਾਢਾ ਪੰਚ ਪੈਂਦਾ ਜਾ ਕੇ ਅਗਲੀ ਚੀਜ਼ ਨੂੰ, ਜਿੱਥੇ ਵੀ ਤੁਸੀਂ ਫਾਇਰ ਮਾਰਦੇ ਹੋ। ਔਰ ਉਹ ਕਹਿ ਲਓ ਨਾ, ਜਿਸ ਤਰ੍ਹਾਂ ਮੋਟਾ ਸਲੱਗ ਪੈਂਦਾ ਉਹ ਮਤਲਬ ਪਾੜ ਦਿੰਦਾ ਅਗਲੀ ਸ਼ੈ ਨੂੰ। ਕਲੋਜ਼ ਰੇਂਜ ਵਾਸਤੇ
ਬਹੁਤ ਜ਼ਬਰਦਸਤ ਰਾਈਫਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੀਡੀਅਮ ਰੇਂਜ ਵਾਸਤੇ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋ, ਲੇਕਿਨ ਆਪਣੀ ਇੱਕ ਰੇਂਜ ਲਿਮਿਟ ਦੇ ਵਿੱਚ ਰਹਿ ਕੇ। ਇਹਦੇ ਮੁਕਾਬਲੇ ਤੇ G3 ਵਗੈਰਾ ਆ ਜਾਂਦੀਆਂ ਨੇ ਜਾਂ M4 ਆ ਜਾਂਦੀਆਂ, ਉਹ ਕਲੋਜ਼ ਮੀਡੀਅਮ ਲੌਂਗ ਰੇਂਜ ਦੇ ਵਿੱਚ ਕੈਟਾਗਰੀ ਵਿੱਚ ਆ ਜਾਂਦੀਆਂ ਨੇ ਰਾਈਫਲਾਂ। ਉਹ ਦੂਰ ਵੀ ਮਾਰ ਕਰਦੀਆਂ ਨੇ, ਉਹਨਾਂ ਦੀ ਗੋਲੀ ਜਿਹੜੀ ਉਹਨਾਂ ਦੀ ਰੇਂਜ ਜ਼ਿਆਦਾ ਹੈ। G3 M4 ਤੇ AK-47 ਨਾਲੋਂ ਵੀ ਵੱਧ ਦੇ ਰਾਈਫਲ, ਉਹਦਾ ਰੌਂਡ ਵੀ ਵੱਡਾ ਹੈ, ਉਹਦੀ ਰੇਂਜ ਵੀ ਜ਼ਿਆਦਾ ਹੈ। ਲੇਕਿਨ ਨਾਰਮਲ ਜਿਹੜੀ AK-47 ਹੈ ਸਾਡੇ, ਇਹ ਬਹੁਤ ਈਜ਼ੀਲੀ ਅਵੇਲੇਬਲ ਹੈ ਰਾਈਫਲ। ਤਮਾਮ ਕਿਸੇ ਵੀ ਤੁਸੀਂ ਅਫਰੀਕਾ ਦੇ ਮੁਲਕ ਲੈ ਲਓ, ਸਾਡੇ ਸੈਂਟਰਲ ਏਸ਼ੀਆ ਦੇ ਮੁਲਕ ਲੈ ਲਓ, ਸਾਡਾ ਮੁਲਕ ਪਾਕਿਸਤਾਨ ਲੈ ਲਓ, ਇਹਨੂੰ ਬਣਾਉਣਾ ਬੜਾ ਸੌਖਾ ਹੈ। ਇਹਦੇ ਤੇ ਜਿਹੜੀ ਕਾਸਟ ਆਫ ਮੈਨੂਫੈਕਚਰਿੰਗ ਜਿਹਨੂੰ ਕਿਹਾ ਜਾਂਦਾ ਹੈ ਕਿ ਇਹਨੂੰ ਬਣਾਉਣਾ, ਇਹਦੇ ਤੇ ਬਣਾਉਣੇ ਜਿਹੜੀ ਲਾਗਤ ਆਉਂਦੀ ਹੈ ਉਹ ਬਹੁਤ ਘੱਟ ਆਉਂਦੀ ਹੈ। ਬੜਾ ਈਜ਼ੀਲੀ ਤੇ ਬੜੇ ਮਤਲਬ ਘੱਟ ਪੈਸੇ ਵਿੱਚ ਰਾਈਫਲ ਤਿਆਰ ਹੋ ਜਾਂਦੀ ਹੈ। ਅੱਛਾ, ਪਾਕਿਸਤਾਨ ਦੇ ਵਿੱਚ ਬੜੀਆਂ ਕਾਪੀਆਂ ਵੀ ਬਣਦੀਆਂ ਨੇ, ਮੈਂ ਕਾਪੀਆਂ ਦੇ ਖਿਲਾਫ ਹਾਂ, ਚਾਹੇ ਉਹ ਕੋਈ ਅਮਰੀਕਨ ਕਾਪੀ ਹੋਵੇ ਗਨ ਦੀ M4 ਦੀ, ਜਾਂ AK-47 ਕਲੈਸ਼ਨਕੋਵ ਜਿਹੜੀ ਹੈ ਇਹਦੀ ਕਾਪੀ ਹੋਵੇ, ਮੈਂ ਇਹਦੇ ਵੀ ਖਿਲਾਫ ਹਾਂ। ਲੈਣੀ ਹੈ ਤੇ ਤੁਸੀਂ ਅਸਲੀ ਗਨ ਲਓ, ਕਲੋਜ਼ ਰੇਂਜ ਵਾਸਤੇ, ਡੇਰੇਦਾਰ ਬੰਦਿਆਂ ਵਾਸਤੇ, ਦੁਸ਼ਮਣਾਂ ਵਾਸਤੇ। ਇੱਕ ਲਿਮਿਟ ਦੇ ਵਿੱਚ ਰਹਿੰਦਿਆਂ ਹੋਇਆਂ, ਇੱਕ ਰੇਂਜ ਲਿਮਿਟ ਵਿੱਚ ਰਹਿੰਦਿਆਂ ਹੋਇਆਂ, ਕਲੋਜ਼ ਤੇ ਮੀਡੀਅਮ ਰੇਂਜ ਦੇ ਵਿੱਚ ਇਹ ਬਹੁਤ ਜ਼ਬਰਦਸਤ ਹਥਿਆਰ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਰਿਲਾਇਬਲ ਹੈ, ਕਈ ਬੰਦੇ ਕਹਿੰਦੇ ਪਾਣੀ ਵਿੱਚ, ਡਸਟ ਵਗੈਰਾ ਵਿੱਚ ਚਲਦੀ ਹੈ, ਮੈਂ ਨਹੀਂ ਇਸ ਗੱਲ ਦੀ ਜ਼ਮਾਨਤ ਦਿੰਦਾ। ਚਲਦੀ ਨਹੀਂ ਚਲਦੀ, ਫਸਣ ਤੇ ਆਵੇ ਤਾਂ ਬੜੀ ਵੱਡੀ ਤੋਂ ਵੱਡੀ ਬੰਦੂਕ ਜਿਹੜੀ ਹੈ ਉਹ ਵੀ ਫਸ ਜਾਂਦੀ ਹੈ। ਠੀਕ ਹੈ, ਇਹ ਜਿਹੜਾ ਨਾ, ਲੇਕਿਨ ਇਹ ਬਹੁਤ ਜ਼ਿਆਦਾ ਦੀ ਅੱਛੀ ਰੈਪੂਟੇਸ਼ਨ ਹੈ ਇੱਕ ਆਮ ਨਾਰਮਲ ਵੈਪਨ ਦੇ ਤੌਰ ਤੇ ਯੂਜ਼ ਕਰਨ ਦੇ ਵਾਸਤੇ। ਅੱਛਾ, ਮੈਂ ਕੋਸ਼ਿਸ਼ ਤੇ ਪੂਰੀ ਕੀਤੀ ਹੈ ਆਪਣੇ ਤਮਾਮ ਭਰਾਵਾਂ ਨਾਲ ਥੋੜੀ ਜਿਹੀ ਇਸ ਰਾਈਫਲ ਦੇ ਬਾਰੇ ਡਿਟੇਲ ਨਾਲ ਸ਼ੇਅਰ ਕਰਨ ਦੇ ਬਾਰੇ, ਤੇ ਉਮੀਦ ਕਰਨਾ ਤੁਹਾਨੂੰ ਇਹ ਮੇਰੀ ਜਿਹੜੀ ਵੀਡੀਓ ਹੈ ਉਹ ਪਸੰਦ ਆਈ ਹੋਗੀ। ਔਰ ਉਹ ਦੋਸਤ ਜਿਹੜੇ ਗਿਲਾ ਸ਼ਿਕਵਾ ਮੈਨੂੰ ਕਰਦੇ ਨੇ ਕਿ ਜੀ ਮੈਂ ਇਸ ਬੰਦੂਕ ਦੇ ਖਿਲਾਫ ਬੋਲਣਾ, ਅੱਜ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਮੈਂ ਇਸ ਬੰਦੂਕ ਦੇ ਖਿਲਾਫ ਨਹੀਂ, ਮੈਂ ਫੈਕਟਸ ਦੇ ਜਿਹੜਾ ਨਾ ਉਹ ਤੁਹਾਨੂੰ ਬਿਆਨ ਕਰਕੇ ਦੱਸ ਰਿਹਾ ਹਾਂ। ਉਮੀਦ ਕਰਨਾ ਤੁਹਾਨੂੰ ਵੀਡੀਓ ਜਿਹੜੀ ਹੈ ਪਸੰਦ ਆਈ ਹੋਗੀ। ਮਿਰਜ਼ਾ ਪਰਦੇਸੀ ਨੂੰ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ, ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾ ਹਾਫਿਜ਼।